ਆਪਾਂ ਨੂੰ ਵਿਚਾਰਵਾਨ ਬਣਨ ਦੀ ਲੋੜ ਹੈ ਅਤੇ ਗੁਰੂ ਕਾ ਬਚਨ ਮੰਨਣ ਦੀ ਲੋੜ ਹੈ। ਧਰਮ ਸ਼ਬਦ ਦਾ ਅਰਥ ਵੱਖੋ ਵੱਖਰੇ ਰੂਪਾਂ 'ਚ ਕਈ ਤਰ੍ਹਾਂ ਕੀਤਾ ਜਾਂਦਾ, ਪਰ ਧਰਮ ਸ਼ਬਦ ਦਾ ਅਸਲੀ ਅਰਥ ਹੈ ਜਿਨ੍ਹਾਂ ਨਿਯਮਾਂ ਨੂੰ ਧਾਰ ਕੇ ਸਾਡਾ ਨਿੱਜੀ ਜੀਵਨ ਅਤੇ ਸਮਾਜਿਕ ਜੀਵਨ ਸੁਖੀ ਚੱਲੇ, ਉਹ ਧਰਮ ਦੇ ਨਿਯਮ ਨੇ। ਸੋ ਉਹਨਾਂ ਦੀ ਵਿਆਖਿਆ ਬਹੁਤ ਵਿਸ਼ਾਲ ਹੈ, ਬੜੀ ਲੰਬੀ ਚੌੜੀ ਹੈ, ਪਰੰਤੂ ਉਹਦੇ ਵਿੱਚ ਜਦੋਂ ਆਪਾਂ ਉਹ ਵਿਆਖਿਆ ਕਰੀਏ ਤਾਂ ਉਹ ਸਮੇਂ ਨਾਲ ਬਦਲ ਜਾਂਦੀ ਹੈ। ਉਹ ਵਿਆਖਿਆ ਸਮੇਂ ਅਨੁਸਾਰ ਬਦਲ ਵੀ ਜਾਂਦੀ ਹੈ ਅਤੇ ਅਸਥਾਨ ਨਾਲ ਵੀ ਬਦਲ ਜਾਂਦੀ ਹੈ। ਸੋ ਧਰਮ ਸ਼ਬਦ ਬੜਾ ਵਿਆਪਕ ਹੈ। ਆਪਾਂ ਸਾਰੇ ਹੀ ਧਰਮ ਨੂੰ ਮੰਨਦੇ ਹਾਂ, ਗੁਰੂ ਨੂੰ ਮੰਨਦੇ ਹਾਂ। ਹੁਣ ਆਪਾਂ ਗੁਰੂ ਨੂੰ ਵੀ ਮੰਨ ਕੇ, ਧਰਮ ਨੂੰ ਮੰਨ ਕੇ ਫਿਰ ਜੇ ਦੁਖੀ ਹੋਈ ਜਾਈਏ ਤਾਂ ਇਹਦਾ ਕੀ ਅਰਥ? ਇਹਦਾ ਅਰਥ ਹੈ ਕਿ ਆਪਾਂ ਮੰਨਿਆ ਹੀ ਨਹੀਂ ਉਹਨੂੰ। ਇਸ ਕਰਕੇ ਗੁਰੂ ਦਾ ਬਚਨ ਮੰਨਦੇ ਹੋਏ ਆਪਾਂ ਵਿਚਾਰਵਾਨ ਹੋਈਏ। ਵਿਚਾਰਵਾਨ ਬਣ ਕੇ ਆਪਾਂ ਆਪਣਾ ਜੀਵਨ, ਫਿਰ ਪਰਿਵਾਰ ਦਾ ਤੇ ਫਿਰ ਸਮਾਜ ਦਾ ਜੀਵਨ ਸੁਖੀ ਕਰਨਾ ਸ਼ੁਰੂ ਕਰੀਏ। ਸਾਧ ਸੰਗਤ ਜੀ, ਆਪਣੇ ਬੱਚਿਆਂ ਦਾ ਵਿਆਹ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਇਹ ਸਿੱਖਿਆ ਦਿਓ ਕਿ ਵਿਆਹ ਕੀ ਚੀਜ਼ ਹੈ, ਵਿਆਹ ਕਿਉਂ ਕਰਨਾ ਹੈ। ਕੁਝ ਹੱਦ ਤੱਕ ਕੁੜੀ ਦੇ ਪਰਿਵਾਰ ਵਾਲੇ ਤਾਂ ਕੁੜੀ ਨੂੰ ਸਿੱਖਿਆ ਦਿੰਦੇ ਨੇ, ਪਰ ਮੁੰਡੇ ਦੇ ਪਰਿਵਾਰ ਵਾਲੇ ਨੂੰ ਤੇ ਮੇਰਾ ਰਾਜਾ ਬੇਟਾ ਆਖ ਕੇ ਉਹਨੂੰ ਲਾਡਾਂ 'ਚ ਇੰਨਾ ਵਿਗਾੜ ਦਿੰਦੇ ਨੇ ਅਤੇ ਉਹਨੂੰ ਸਿੱਖਿਆ ਦੇਣ ਦੀ ਲੋੜ ਹੀ ਨਹੀਂ ਸਮਝਦੇ। ਆਪਣੇ ਲੜਕੇ ਨੂੰ ਇਹ ਸਿੱਖਿਆ ਦਿਓ ਕਿ ਤੂੰ ਜੇ ਵਿਆਹ ਕਰਵਾਉਣਾ ਕਾਕਾ ਤਾਂ ਆਪਣੀ ਪਤਨੀ ਨੂੰ ਤੂੰ ਖੁਸ਼ ਕਿਵੇਂ ਰੱਖਣਾ। ਇਸੇ ਤਰ੍ਹਾਂ ਆਪਣੀ ਧੀ ਨੂੰ ਸਿੱਖਿਆ ਦਿਓ ਕਿ ਤੂੰ ਵਿਆਹ ਕਰਵਾਉਣਾ ਤਾਂ ਆਪਣੇ ਪਤੀ ਨੂੰ ਤੂੰ ਕਿਵੇਂ ਖੁਸ਼ ਰੱਖ, ਅਤੇ ਫਿਰ ਦੋਵਾਂ ਨੂੰ ਸਿੱਖਿਆ ਦਿਓ ਕਿ ਦੋਵਾਂ ਨੇ ਇੱਕ ਦੂਸਰੇ ਦੀਆਂ ਖੁਸ਼ੀਆਂ ਦਾ ਧਿਆਨ ਰੱਖਣਾ ਤੇ ਆਪਣੀਆਂ ਖੁਸ਼ੀਆਂ ਦਾ ਵੀ ਰੱਖਣਾ। ਇਹ ਨਹੀਂ ਕਿ ਕੇਵਲ ਦੂਸਰੇ ਦੀਆਂ ਖੁਸ਼ੀਆਂ ਦਾ ਹੀ ਧਿਆਨ ਰੱਖਣਾ। ਜੇ ਅਸੀਂ ਸਿਰਫ ਦੂਸਰੇ ਦੀਆਂ ਖੁਸ਼ੀਆਂ ਦਾ ਧਿਆਨ ਰੱਖੀਏ, ਆਪਣੀ ਦਾ ਨਾ ਰੱਖੀਏ, ਤਾਂ ਵੀ ਜੀਵਨ ਦੁੱਭਰ ਹੋ ਜਾਂਦਾ, ਨਿਰਾਸ਼ ਹੋ ਜਾਂਦਾ। ਇਸ ਕਰਕੇ ਆਪਣੀ ਖੁਸ਼ੀ ਦਾ ਵੀ ਅਤੇ ਆਪਣੇ ਪਤੀ ਜਾਂ ਪਤਨੀ, ਆਪਣੇ ਸਾਥੀ ਦਾ ਵੀ ਖੁਸ਼ੀ ਦਾ ਧਿਆਨ ਰੱਖ ਕੇ ਦੋਵੇਂ ਜਾਣੇ ਸੁਮੇਲ ਕਰਕੇ ਚੱਲੋ। ਜਦੋਂ ਆਪਾਂ ਇਸ ਤਰ੍ਹਾਂ ਸੁਮੇਲ ਕਰਕੇ ਚੱਲਾਂਗੇ ਤਾਂ ਸਾਡੇ ਜੀਵਨ ਦੇ ਦਿਨ ਸੁਖੀ ਬਤੀਤ ਹੁੰਦੇ ਨੇ। ਇਸੇ ਹੀ ਤਰ੍ਹਾਂ ਇਹ ਵੀ ਮੰਨ ਕੇ ਚੱਲੀਏ ਕਿ ਦੋ ਮਨੁੱਖਾਂ ਦੇ ਸਾਰੇ ਵਿਚਾਰ ਕਦੀ ਵੀ ਨਹੀਂ ਮਿਲਦੇ ਆਪਸ ਵਿੱਚ, ਪਰ ਜੀਵਨ ਦੀ ਗੱਡੀ ਚਲਾਉਣ ਵਾਸਤੇ ਜਿੰਨੇ ਕੁ ਵਿਚਾਰ ਸਾਡੇ ਮਿਲ ਜਾਣ, ਉਨਿਆਂ ਨੂੰ ਮਿਲਾ ਕੇ ਆਪਾਂ ਅੱਗੇ ਚੱਲੀਏ, ਜੀਵਨ ਚਲਾਉਂਦੇ ਚੱਲੀਏ। ਆਪਣਾ ਲਕਸ਼ ਤੈਅ ਕਰੀਏ ਕਿ ਅਸੀਂ ਜੀਵਨ ਦੇ ਵਿੱਚ ਕੀ ਕੀ ਕਰਨਾ ਚਾਹੁੰਦੇ ਹਾਂ। ਉਹਦੇ ਅਨੁਸਾਰ ਜਿੰਨੇ ਵਿਚਾਰ ਸਾਡੇ ਮਿਲਦੇ ਹੋਣ ਉਹਨਾਂ ਤੇ ਆਪਾਂ ਸਹਿਮਤ ਹੋ ਜਾਈਏ। ਜਿਹੜੇ ਵਿਚਾਰ ਪਤੀ ਪਤਨੀ ਦੇ ਨਹੀਂ ਮਿਲਦੇ, ਉਹਨਾਂ ਵਿਚਾਰਾਂ ਤੇ ਸਹਿਮਤ ਹੋਣ ਦਾ ਯਤਨ ਕਰੀਏ। ਇੱਕ ਦੂਸਰੇ ਨਾਲ ਗੱਲਾਂ ਖੋਲ ਕੇ ਵਿਚਾਰ ਕਰੀਏ। ਕੀ ਹੁੰਦਾ ਹੈ ਕਿ ਇੱਕੋ ਹੀ ਸ਼ਬਦ ਬੋਲਣ ਵਾਲਾ ਜੋ ਕਹਿੰਦਾ ਉਹਦੇ ਮਨ ਦੇ ਵਿੱਚ ਉਹਦਾ ਅਰਥ ਹੋਰ ਹੁੰਦਾ, ਸੁਣਨ ਵਾਲੇ ਦੇ ਮਨ ਦੇ ਵਿੱਚ ਉਹਦਾ ਅਰਥ ਹੋਰ ਹੁੰਦਾ, ਭਾਵੇਂ ਉਹ ਪਤੀ ਹੈ ਜਾਂ ਪਤਨੀ ਹੈ। ਸੋ ਇਸੇ ਹੀ ਤਰ੍ਹਾਂ ਉਹਨਾਂ ਸ਼ਬਦਾਂ ਦੇ ਅਰਥਾਂ ਨੂੰ ਖੋਲ ਕੇ ਇੱਕ ਦੂਸਰੇ ਨੂੰ ਪ੍ਰੇਮ ਨਾਲ ਵਿਚਾਰ ਕੇ ਪੁੱਛੀਏ ਕਿ ਪਤੀ ਜੀ, ਪਤਨੀ ਜੀ, ਤੁਸੀਂ ਆਹ ਗੱਲ ਕਹੀ ਹੈ, ਇਹਦਾ ਅਰਥ ਆ ਹੀ ਹੈ ਜੋ ਮੈਨੂੰ ਸਮਝ ਆਈ ਹੈ ਕਿ ਹੋਰ ਹੈ ਕੁਝ। ਫਿਰ ਜਿਹੜੇ ਵਿਚਾਰਾਂ ਤੇ ਸਾਡੀ ਸਹਿਮਤੀ ਨਹੀਂ ਹੁੰਦੀ, ਪਰ ਉਹ ਵਿਚਾਰ ਸਾਨੂੰ ਬਹੁਤ ਜ਼ਿਆਦਾ ਪਰਿਵਾਰਕ ਜਾਂ ਨਿੱਜੀ ਰੂਪ 'ਚ ਨੁਕਸਾਨ ਨਹੀਂ ਪਹੁੰਚਾਉਣ ਵਾਲੇ, ਜਦੋਂ ਪਰਿਵਾਰਕ ਜਾਂ ਨਿੱਜੀ ਰੂਪ 'ਚ ਨੁਕਸਾਨ ਨਹੀਂ ਪਹੁੰਚਾਉਣ ਵਾਲੇ, ਫਿਰ ਉਹਨਾਂ ਵਿਚਾਰਾਂ ਨੂੰ ਆਪਾਂ ਲਾਂਭੇ ਛੱਡ ਦੇਈਏ। ਕੋਈ ਨਹੀਂ ਗੱਲ, ਇਹ ਵਿਚਾਰ ਨਹੀਂ ਮਿਲਦੇ ਤੇ ਕੋਈ ਨਹੀਂ, ਇੱਕ ਦੂਸਰੇ ਤੇ ਬਿਨਾਂ ਕਾਰਨ ਤੋਂ ਅਸੀਂ ਵਿਚਾਰ ਆਪਣੇ ਠੋਸਣੇ ਨਹੀਂ ਗੇ। ਕਈ ਵਿਚਾਰ ਤਾਂ ਠੋਸਣੇ ਵੀ ਪੈਂਦੇ ਨੇ ਕਈ ਵਾਰੀ, ਪਰ ਜਿਹੜੇ ਵਿਚਾਰਾਂ ਨੂੰ ਠੋਸੇ ਤੋਂ ਬਿਨਾਂ ਗੁਜ਼ਾਰਾ ਹੁੰਦਾ ਹੋਵੇ ਉਹ ਆਪਾਂ ਨਾ ਠੋਸੀਏ, ਉਹਨਾਂ ਨੂੰ ਛੱਡ ਦਈਏ ਵੀ ਕੋਈ ਨਹੀਂ ਗੱਲ। ਜੇ ਮੇਰੇ ਘਰ ਵਾਲੀ ਨੇ ਚੁੰਨੀ ਲਾਲ ਦੀ ਥਾਂ ਤੇ ਪੀਲੀ ਲੈ ਲਈ, ਉਹ ਇਸ ਗੱਲ 'ਚ ਖੁਸ਼ ਹੈ ਤੇ ਤਾਂ ਵੀ ਮੈਨੂੰ ਕੋਈ ਨਹੀਂ ਗੱਲ। ਇਸੇ ਤਰ੍ਹਾਂ ਜੇ ਪਤਨੀ ਆਂਦੀ ਹੈ ਵੀ ਜੇ ਮੇਰੇ ਪਤੀ ਨੇ ਪੀਲੇ ਦੀ ਥਾਂ ਤੇ ਲਾਲ ਪੱਗ ਬੰਨ ਲਈ ਹੈ ਤੇ ਕੋਈ ਨਹੀਂ ਗੱਲ। ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ, ਇਹਨਾਂ ਨੂੰ ਲੈ ਕੇ ਬੇਸਵਾਦੀਆਂ ਵਧਾਈਏ ਨਾ ਆਪਸ ਵਿੱਚ। ਜਿਹੜੇ ਵਿਚਾਰਾਂ ਤੇ ਸਹਿਮਤ ਹੁੰਦੇ ਆ ਉਹਨਾਂ ਤੇ ਹੋ ਜਾਈਏ, ਜਿਹੜਾ ਤੇ ਨਹੀਂ ਹੁੰਦੇ ਉਹਨਾਂ ਚੋਂ ਜਿਹੜੇ ਜ਼ਰੂਰੀ ਨੇ ਉਹਨਾਂ ਤੇ ਸਹਿਮਤ ਹੋਣ ਦਾ ਯਤਨ ਕਰੀਏ। ਜਿਹੜੇ ਨਹੀਂ ਜ਼ਰੂਰੀ, ਘੱਟ ਜ਼ਰੂਰੀ ਨੇ, ਉਹਨਾਂ ਨੂੰ ਛੱਡ ਦਈਏ। ਇੱਕ ਜਾਣੇ ਨੂੰ ਜਲੇਬੀਆਂ ਚੰਗੀਆਂ ਲੱਗਦੀਆਂ, ਦੂਜੇ ਨੂੰ ਪਕੌੜੇ ਚੰਗੇ ਲੱਗਦੇ ਨੇ। ਜਿਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਉਹ ਆਪੋ ਆਪਣੀ ਥਾਲੀ 'ਚ ਕੁਝ ਵੀ ਰੱਖ ਕੇ ਖਾ ਲਾਂਗੇ ਤਾਂ ਕੋਈ ਨਹੀਂ ਗੱਲ, ਪਰ ਆਪਸ ਵਿੱਚ ਲੜੀਏ ਨਾ।
ਜੇ ਵਿਆਹ ਕਰਾਉਣਾ ਹੈ ਤਾਂ ਵਿਆਹ ਕਰਾਉਣ ਤੋਂ ਪਹਿਲਾਂ ਇਹ ਗੱਲ ਪੱਕੀ ਆਪਣੇ ਬੱਚਿਆਂ ਦੇ ਮਨ ਵਿੱਚ ਬਿਠਾਓ ਕਿ ਵਿਆਹ ਸਿਰਫ ਕਾਮ ਇੱਛਾ ਪੂਰੀ ਕਰਨੀ ਨਹੀਂ, ਨਿਆਣੇ ਬਣਾਉਣ ਦੀ ਫੈਕਟਰੀ ਨਹੀਂ, ਇਹ ਜੀਵਨ ਦਾ ਸਾਥ ਹੈ ਜਿਹੜਾ ਸਾਡੀ ਭਾਰਤੀ ਸੱਭਿਅਤਾ ਅਨੁਸਾਰ ਅੱਗ ਦੁਆਲੇ ਫੇਰੇ ਲਏ ਜਾਂਦੇ ਨੇ ਕਿ ਜਿੰਨਾ ਚਿਰ ਸਰੀਰ ਅੱਗ ਵਿੱਚ ਨਹੀਂ ਪੈ ਜਾਂਦਾ ਉਹਨਾਂ ਚਿਰ ਵੱਖਰੇ ਨਹੀਂ ਹੋਣਾ। ਉਹਦਾ ਕੋਈ ਅਰਥ ਤੱਤ ਹੈ। ਉਹਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਪਤੀ ਪਤਨੀ ਦੀਆਂ ਨਾਰਾਜ਼ਗੀਆਂ ਹੋਣੀਆਂ ਹੀ ਨੇ, ਗਲਤੀਆਂ ਹੋਣੀਆਂ ਹੀ ਨੇ ਦੋਵੇਂ ਪਾਸੇ। ਗਲਤੀਆਂ ਹੋਈਆਂ ਤੋਂ ਵੀ ਇਕੱਠੇ ਰਹਿਣਾ ਤੇ ਦੂਸਰੇ ਦੀਆਂ ਹੋਈਆਂ ਗਲਤੀਆਂ ਨੂੰ ਅੱਖੋਂ ਪਰੋਖੇ ਕਰਨਾ, ਲਾਂਭੇ ਕਰਨਾ, ਕੌੜਾ ਘੁੱਟ ਭਰ ਕੇ ਫਿਰ ਵੀ ਖੁਸ਼ ਰਹਿਣ ਦਾ ਯਤਨ ਕਰਨਾ ਅਤੇ ਜੀਵਨ ਚਲਾਉਣਾ ਅੱਗੇ। ਇਹ ਗੱਲਾਂ ਆਪਣੇ ਬੱਚਿਆਂ ਦੇ ਮਨ ਵਿੱਚ ਬਿਠਾਓ ਤਾਂ ਉਹਨਾਂ ਦਾ ਵਿਆਹ ਕਰੋ। ਇਸ ਵਾਸਤੇ ਨਾ ਕਰੋ ਸਾਰੇ ਸਾਡੇ ਵੱਡੇ ਕਰਦੇ ਰਹੇ ਨੇ ਤੇ ਸਾਰੇ ਪਿੰਡ ਨੇ ਕੀਤਾ ਮੈਂ ਵੀ ਕਰਨਾ। ਬੱਲੇ ਬੱਲੇ ਬੜੀ ਵੱਡੀ ਪਾਰਟੀ ਹੋਈ, ਬੜੀਆਂ ਖੁਸ਼ੀਆਂ ਮਨਾਈਆਂ, 4 ਦਿਨ ਨਹੀਂ ਲੰਘੇ ਤੇ ਜੁੱਤੀ ਹੋ ਕੇ ਕਚਹਿਰੀ ਚਲੇ ਗਏ, ਕੋਈ ਪੁਲਿਸ ਚਲਾ ਗਿਆ, ਕਦੀ ਕੁੜੀ ਮਰ ਗਈ, ਕਦੀ ਮੁੰਡਾ ਮਰ ਗਿਆ ਜ਼ਹਿਰ ਖਾ ਕੇ। ਇਸ ਵਾਸਤੇ ਵਿਆਹ ਨਹੀਂ ਕਰਨਾ। ਵਿਆਹ ਇਸ ਵਾਸਤੇ ਕਰਨਾ ਕਿ ਜੀਵਨ ਭਰ ਬੱਚੇ ਸਾਡੇ ਖੁਸ਼ੀ ਰਹਿਣ ਅਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਅੱਗੋਂ ਬੱਚੇ ਬਣਾਉਣ, ਉਹਨਾਂ ਦਾ ਆਪਣਾ ਜੀਵਨ ਸੁਖੀ ਰਹਿਣਾ ਚਾਹੀਦਾ। ਸੋ ਇਸ ਕਰਕੇ ਵਿਚਾਰਵਾਨ ਬਣੋ ਅਤੇ ਮੇਰੀਆਂ ਇਹਨਾਂ ਬੇਨਤੀਆਂ ਤੇ ਧਿਆਨ ਦਿਓ ਕਿ ਆਪਣੇ ਬੱਚੇ ਵਿਆਹੁਣ ਤੋਂ ਪਹਿਲਾਂ ਇਹਨਾਂ ਗੱਲਾਂ ਨੂੰ ਵਿਚਾਰੋ ਔਰ ਨਵੀਂ ਪੀੜ੍ਹੀ ਜਿਹੜੀ ਪੜ੍ਹੀ ਲਿਖੀ ਹੈ ਉਹ ਵੀ ਮੇਰੀਆਂ ਗੱਲਾਂ ਨੂੰ ਵਿਚਾਰ ਕੇ ਤਾਂ ਹੀ ਵਿਆਹ ਕਰਵਾਓ ਜੇ ਤੁਸੀਂ ਦੁੱਖ ਸੁੱਖ ਵਿੱਚ ਨਿਭਾ ਸਕਣੀ ਹੈ। ਜੇ ਨਹੀਂ ਨਿਭਾ ਸਕਣੀ, ਦੁਖੀ ਹੋਣਾ ਮੁੜ ਕੇ, ਤੇ ਵਿਆਹ ਆਪਾਂ ਕਾਹਦੇ ਲਈ ਕਰਵਾਉਣਾ। ਸੋ ਸਾਧ ਸੰਗਤ ਜੀ, ਹੁਣ ਸਾਰੇ ਹੀ ਆਖੋ ਧੰਨ ਸਤਿਗੁਰੂ ਹਰਿ ਕ੍ਰਿਸ਼ਨ ਜੀ। ਸਤਿ ਸ੍ਰੀ